गुरु सवारी सत संगत जियो। वाहिगुरु जी का खालसा, वाहिगुरु जी की फतेह। मेरा नाम हरलीन कौर है। ਅੱਜ ਸਾਡੀ ਸਮੂਹ ਗੁਰੂ ਗਿਆਨ ਪ੍ਰਚਾਰ ਟੀਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਟਾਨ ਸ਼ੁਕਰਾਨਾ ਕਰਦੀ ਹੈ। ਸਾਡੇ ਸਤਿਕਾਰਯੋਗ ਅੰਕਲ ਜੀ ਕਥਾਵਾਚਕ ਭਾਈ ਰਾਮ ਸਿੰਘ ਜੀ ਨੇ ਗੁਰੂ ਗਿਆਨ ਚੇਤਨਾ ਕੈਂਪ ਰਾਹੀਂ ਸਾਨੂੰ ਕੈਂਪ ਵਿੱਚ ਵਾਲੰਟੀਅਰ ਬਣਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਮੋਟੀਵੇਟ ਕੀਤਾ। ਉਹਨਾਂ ਨੇ ਸਾਡੇ ਨੌਜਵਾਨਾਂ ਅਤੇ ਬੱਚਿਆਂ ਦੀ ਇੱਕ ਗੁਰੂ ਗਿਆਨ ਪ੍ਰਚਾਰ ਟੀਮ ਬਣਾਈ। ਸਾਡੀਆਂ ਵਿਸ਼ੇਸ਼ ਮੀਟਿੰਗਾਂ ਕਰਾ ਕੇ ਸਾਨੂੰ ਗੁਰੂ ਬਖਸ਼ਿਸ਼ ਲੈਣ ਲਈ ਸਿੱਖੀ ਦਾ ਪ੍ਰਚਾਰ ਕਰਨ ਲਈ ਪਲਾਨ ਤਿਆਰ ਕਰਕੇ ਦਿੱਤਾ। ਅੰਕਲ ਜੀ ਅਗਸਤ ਦੇ ਮਹੀਨੇ ਐਡਮਿੰਟਨ ਵਿੱਚ ਦੁਬਾਰਾ ਫੇਰ ਆਉਣਗੇ। ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਕਰਾਉਣਗੇ ਇੱਥੇ ਆ ਕੇ। ਸਾਡੇ ਸਤਿਕਾਰਯੋਗ ਅੰਕਲ ਜੀ ਕਥਾਵਾਚਕ ਭਾਈ ਰਾਮ ਸਿੰਘ ਜੀ ਵੱਲੋਂ ਦਿੱਤੀ ਪਲੈਨਿੰਗ ਸਦਕਾ ਅਸੀਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹਰੇਕ ਮਹੀਨੇ ਬੱਚਿਆਂ ਦੇ ਜਨਮ ਦਿਨ ਸਾਂਝੇ ਤੌਰ 'ਤੇ ਮਨਾਉਣ ਲਈ ਮਹੀਨਵਾਰ ਸਮਾਗਮ ਉਲੀਕਿਆ ਹੈ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਅੱਜ ਇਹ ਸਾਡਾ ਪਹਿਲਾ ਪ੍ਰੋਗਰਾਮ ਹੈ। ਤੁਸੀਂ ਸਾਰਿਆਂ ਨੇ ਸਾਨੂੰ ਅਸੀਸ ਦੇਣੀ, ਅਸੀਂ ਕਾਮਯਾਬ ਹੋਈਏ। ਮੈਂ ਚਾਹਾਂਗੀ ਕਿ ਸਾਨੂੰ ਹੌਸਲਾ ਦੇਣ ਲਈ ਕਿਰਪਾ ਕਰਕੇ ਇੱਕ ਖੁਸ਼ੀ ਦਾ ਜੈਕਾਰਾ ਬੁਲਾਈਏ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਤੇ ਹੁਣ ਬੇਨਤੀ ਹੈ ਸਾਰੇ ਸੰਗਤ ਵਿੱਚ ਬੱਚੇ ਕਿ ਬੈਠੇ ਨੇ ਉਹ ਆ ਕੇ ਸਟੇਜ ਦੇ ਸਾਹਮਣੇ ਬੈਠ ਜਾਣ, ਉਹਨੂੰ ਟਿਕਟਸ ਦੇਵਾਂਗੇ। ਅੱਜ ਜਿਨ੍ਹਾਂ ਦੇ ਜਨਮ ਦਿਨ ਗੁਰੂ ਘਰ ਵਿੱਚ ਮਨਾਏ ਜਾ ਰਹੇ ਹਨ, ਸਾਡੀ ਗੁਰੂ ਗਿਆਨ ਪ੍ਰਚਾਰ ਟੀਮ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਾਡੇ ਸਤਿਕਾਰਯੋਗ ਅੰਕਲ ਜੀ ਭਾਈ ਰਾਮ ਸਿੰਘ ਜੀ ਵੱਲੋਂ ਉਹਨਾਂ ਸਾਰੇ ਬੱਚਿਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਅਤੇ ਰਿਸ਼ਤੇਦਾਰਾਂ ਨੂੰ ਜਨਮ ਦਿਨ ਦੀਆਂ ਬਹੁਤ ਵਧਾਈਆਂ। ਤੁਸੀਂ ਸਾਰੇ ਕਿਸਮਤ ਵਾਲੇ ਹੋ। ਤੁਹਾਡੇ ਜਨਮ ਦਿਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਖੁਦ ਮਨਾ ਰਹੇ ਹਨ। ਹੁਣ ਤੁਸੀਂ ਗੁਰੂ ਗਿਆਨ ਟੀਮ ਦੇ ਮੈਂਬਰ ਤੋਂ ਗੁਰੂ ਸ਼ਬਦ ਕੀਰਤਨ ਦੀ ਹਾਜ਼ਰੀ ਭਰੋਗੇ। ਆਓ ਪਹਿਲਾਂ ਸ਼ਬਦ ਸਰਵਣ ਕਰੀਏ। वाहिगुरु जी का खालसा, वाहिगुरु जी की फतेह।
उत्तम पंथ सुनियो गुर संगत एके उत्तम पंथ सुनियो गुर संगत कह मेलत जम त्रास मेटा तह मिलत जम त्रास मेटाई गुर रामदास राघो शरणाई गुर रामदास राघो शरणाई के अरदास पाठ कीरत एके अरदास पाठ कीरत गुर रामदास राघो शरणाई गुर रामदास राघो गुर रामदास राघो गुर रामदास राघो शरणाई गुर रामदास गुर रामदास राघो शरणाई नहीं तुसी रैमसी सिंह तो गुरु रामदास शब्द ਸਰਵਨ ਕੀਤਾ ਹੈ। ਹੁਣ ਅੰਮ੍ਰਿਤ ਕੌਰ ਤੇ ਉਸ ਦਾ ਜੱਥਾ ਸ਼ਬਦ ਸੁਣਾਉਣਗੇ। मिल मेरे प्रीतमा जियो तुद बिन खड़ी ने माड़ी मिल मेरे प्रीतमा जियो तुद बिन खड़ी ने माड़ी मैं नैनी नींद नावे जियो मैं नैनी
का खालसा वाहिगुरू जी की फतेह। मेरा नाम रैंसी सिंह है ਅਤੇ ਹੁਣ ਅਸੀਂ ਇੱਕ ਅੰਕਲ ਜੀ ਦਾ ਪ੍ਰੀ ਰਿਕਾਰਡਡ ਵੀਡੀਓ ਸਾਰੀ ਸੰਗਤ ਨੂੰ ਦਿਖਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਹੀਂ ਤੁਸੀਂ ਪ੍ਰੀ ਰਿਕਾਰਡਡ ਵੀਡੀਓ ਸਰਵਨ ਕੀਤੀ ਹੈ, ਉਸ ਦੇ ਬਾਅਦ ਚੋਂ ਰਮਨੀਕ ਕੌਰ ਉਹਨਾਂ ਦੇ ਸਾਥੀ ਸ਼ਬਦ ਗਾਇਨ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਏ ਕਿਰਪਾ ਦਿਆਲ ਹਰ ਰੰਗ ਮਾਣੀਏ, ਗੋਬਿੰਦ ਗੁਣੀ ਨਿਧਾਨ ਗੁਰਮੁਖ ਜਾਣੀਏ। ਵਾਹਿਗੁਰੂ 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 ਵਾਹਿਗੁਰੂ
ਹੁਣੇ ਹੀ ਤੁਸੀਂ ਰਮਨੀਕ ਕੌਰ ਤੋਂ ਸ਼ਬਦ ਸਰਵਣ ਕੀਤਾ ਹੈ। ਹੁਣ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹ ਕਬ ਗਲ ਲਾਵੇਂਗੇ। ਹੁਣ ਰੈਂਸੀ ਸਿੰਘ ਇਹ ਸ਼ਬਦ ਦੀ ਪੰਜਾਬੀ ਵਿੱਚ ਵਿਆਖਿਆ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਤੁਸੀਂ ਸਾਡੀ ਗੁਰ ਗਿਆਨ ਪ੍ਰਚਾਰਕ ਟੀਮ ਦੇ ਜਥੇ ਪਾਸੋਂ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸੁਣ ਰਹੇ ਸੀ। ਮੈਂ ਇਸ ਸ਼ਬਦ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਹਾਂ। ਅੱਜ ਦਾ ਇਹ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੇਜ ਨੰਬਰ 1321 ਤੇ ਅੰਕਿਤ ਹੈ। ਇਸ ਸ਼ਬਦ ਦਾ ਟਾਈਟਲ ਹੈ ਕਲਿਆਣ ਮਹੱਲਾ ਚੌਥਾ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਇਹ ਸ਼ਬਦ ਸ਼੍ਰੀ ਗੁਰੂ ਰਾਮਦਾਸ ਜੀ ਦਾ ਕਲਿਆਣ ਰਾਗ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਸ ਸ਼ਬਦ ਦੇ 5 ਪਦੇ ਹਨ। ਇਸ ਸ਼ਬਦ ਵਿੱਚ ਪਹਿਲਾ ਪਦਾ ਰਹਾਉ ਪਦਾ ਹੈ। ਇਸ ਤੋਂ ਬਾਅਦ 4 ਪਦੇ ਹਨ। ਰਹਾਉ ਪਦੇ ਨੂੰ ਟੇਕ ਬਣਾ ਕੇ ਇਹ ਸ਼ਬਦ ਗਾਇਨ ਕੀਤਾ ਗਿਆ ਹੈ। ਪਹਿਲਾ ਪਦਾ ਹੈ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵहेंगे। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਨ ਗਲ ਲਾਵहेंगे। ਰਹਾਉ। ਇਸ ਪਦੇ ਦੇ ਅਰਥ ਹਨ ਕਿ ਹੇ ਵਾਹਿਗੁਰੂ ਜੀ, ਤੁਸੀਂ ਬਖਸ਼ਿਸ਼ ਦੇ ਖਜ਼ਾਨੇ ਹੋ। ਸਾਡੇ 'ਤੇ ਕਿਰਪਾ ਕਰੋ ਕਿ ਸਾਡਾ ਜੀਵਨ ਗੁਣਾਂ ਵਾਲਾ ਹੋਵੇ ਅਤੇ ਅਸੀਂ ਸਦਾ ਤੁਹਾਡਾ ਸ਼ੁਕਰਾਨਾ ਕਰਦੇ ਰਹੀਏ। ਇੱਥੇ ਇਹ ਗੱਲ ਨੋਟ ਕਰਨੀ ਕਿ ਗੁਰਮਤ ਵਿੱਚ ਗੁਣ ਗਾਉਣ ਦੇ ਅਰਥ ਹਨ ਗੁਣਾਂ ਵਾਲਾ ਜੀਵਨ ਜਿਉਣਾ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ। ਜਦੋਂ ਕੋਈ ਵਾਹਿਗੁਰੂ ਜੀ ਦੇ ਸ਼ੁਕਰਾਨੇ ਵਿੱਚ ਗੁਣਾਂ ਵਾਲਾ ਜੀਵਨ ਜਿਉਂਦਾ ਹੈ ਤਾਂ ਉਸ ਨੂੰ ਬਖਸ਼ਿਸ਼ ਮਿਲਦੀ ਹੈ ਅਤੇ ਹਿਰਦੇ ਵਿੱਚ ਹਰ ਸਮੇਂ ਵਾਹਿਗੁਰੂ ਜੀ ਦਾ ਪਿਆਰ ਬਣਿਆ ਰਹਿੰਦਾ ਹੈ। ਇਸ ਪਿਆਰ ਨੂੰ ਗੁਰਮਤ ਵਿੱਚ ਰੱਬ ਦੀ ਗਲਵੱਕੜੀ ਕਿਹਾ ਜਾਂਦਾ ਹੈ। ਇਸ ਵਿੱਚ ਕਿਹਾ ਹੈ ਕਿ ਸਾਡੇ ਹਿਰਦੇ ਹਰ ਸਮੇਂ ਇਹ ਉਮੀਦ ਬਣੀ ਰਹਿੰਦੀ ਹੈ ਕਿ ਤੁਹਾਡੇ ਪਿਆਰ ਦੀ ਗਲਵੱਕੜੀ ਸਦਾ ਮਿਲਦੀ ਰਹੇ। ਇਸ ਸਿਧਾਂਤ ਨੂੰ ਇਹ ਕਹਿ ਕੇ ਗਾਇਆ ਗਿਆ ਹੈ ਕਿ ਪ੍ਰਭ ਕੀਜੈ ਕਿਰਪਾ ਨਿਧਾਨ, ਹਮ ਹਰ ਗੁਣ ਗਾਵहेंगे। ਹਉ ਤੁਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਨ ਗਲ ਲਾਵहेंगे। ਇਸ ਸ਼ਬਦ ਵਿੱਚ ਰਹਾਉ ਪਦੇ ਤੋਂ ਬਾਅਦ ਸ਼ਬਦ ਦੇ ਪਹਿਲੇ ਪਦੇ ਵਿੱਚ ਕਿਹਾ ਗਿਆ ਹੈ ਕਿ ਹੇ ਵਾਹਿਗੁਰੂ ਜੀ, ਅਸੀਂ ਤੁਹਾਡੇ ਮੂਰਖ ਬੱਚੇ ਹਾਂ, ਭੁੱਲਾਂ ਕਰਦੇ ਹਾਂ, ਅਸੀਂ ਅਣਜਾਣ ਹਾਂ, ਸਾਨੂੰ ਆਈਡੀਅਲ ਜੀਵਨ ਜਿਉਣਾ ਨਹੀਂ ਆਉਂਦਾ। ਸ਼ੁਕਰ ਹੈ ਕਿ ਸਾਡੇ ਬੱਚੇ ਵਾਹਿਗੁਰੂ ਸਾਡੇ ਸੱਚੇ ਪਿਤਾ ਗੁਰੂ ਸਾਹਿਬ ਜੀ ਗੁਰਬਾਣੀ ਦੀਆਂ ਸਿੱਖਿਆਵਾਂ ਰਾਹੀਂ ਸਾਨੂੰ ਹਰ ਸਮੇਂ ਸਮਝਾਉਂਦੇ ਰਹਿੰਦੇ ਹਨ। ਅਸੀਂ ਗੁਰੂ ਪਿਤਾ ਜੀ ਦੇ ਭੁੱਲਣਹਾਰ ਪੁੱਤਰ ਹਾਂ ਜੋ ਕਿ ਵਾਰ-ਵਾਰ ਭੁੱਲਾਂ ਤੇ ਗਲਤੀਆਂ ਕਰਦੇ ਹਾਂ, ਪਰ ਫਿਰ ਵੀ ਆਪਣੇ ਗੁਰੂ ਪਿਤਾ ਨੂੰ ਚੰਗੇ ਲੱਗਦੇ ਹਾਂ। ਗੁਰੂ ਸਾਹਿਬ ਜੀ ਸਾਨੂੰ ਸੰਗਤ ਵੱਲ ਲੈ ਆਉਂਦੇ ਹਨ। ਗੁਰੂ ਸਾਹਿਬ ਜੀ ਰਹਾਉ ਪਦੇ ਤੋਂ ਬਾਅਦ ਇਸ ਸ਼ਬਦ ਦੇ ਪਹਿਲੇ ਪਦੇ ਵਿੱਚ ਕਹਿ ਰਹੇ ਹਨ, ਹਮ ਬਾਰਿਕ ਮੁਕਤ ਇਆਨ ਪਿਤਾ ਸਮਝਾਵहेंगे। ਸੁਤ ਖਿਨ ਖਿਨ ਬਿਗਾਰ ਜਗਤ ਪਿਤ ਭਾਵहेंगे। ਇਸ ਸ਼ਬਦ ਦੇ ਦੂਜੇ ਪਦੇ ਵਿੱਚ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਹੇ ਵਾਹਿਗੁਰੂ ਜੀ, ਅਸੀਂ ਉਹੀ ਕੁਝ ਪ੍ਰਾਪਤ ਕਰਦੇ ਹਾਂ ਜੋ ਤੁਸੀਂ ਸਾਨੂੰ ਬਖਸ਼ਿਸ਼ ਕਰਦੇ ਹੋ। ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਸਾਡਾ ਕੋਈ ਵੀ ਹੋਰ ਆਸਰਾ ਨਹੀਂ ਜਿੱਥੋਂ ਸਾਨੂੰ ਬਖਸ਼ਿਸ਼ ਮਿਲ ਸਕੇ। ਇਸ ਪਦੇ ਦੀਆਂ ਪੰਕਤੀਆਂ ਹਨ, ਜੋ ਹਰ ਸੁਆਮੀ ਤੁਮ ਦੇਹੋ ਸੋਈ ਹਮ ਪਾਵहेंगे। ਮੋਹੇ ਦੂਜੀ ਨਾਹੀ ਠਾਉਰ ਜਿਸ ਪੈ ਹਮ ਜਾਵहेंगे। ਇਸ ਸ਼ਬਦ ਦਾ ਤੀਜਾ ਪਦਾ ਹੈ, ਜੋ ਹਰ ਪਾਵੈ ਭਗਤ ਤਿਨਾ ਹਰ ਭਾਵहेंगे। ਜੋਤੀ ਜੋਤ ਮਿਲਾਏ ਜੋਤ ਰਲ ਜਾਵहेंगे। ਗੁਰਮਤ ਵਿੱਚ ਭਗਤ ਕੌਣ ਹੈ? ਭਗਤ ਸ਼ਬਦ ਵਿੱਚ 3 ਅੱਖਰ ਹਨ, ਭੱਬਾ, ਗੱਗਾ ਅਤੇ ਤੱਤਾ। ਭੱਬਾ ਦੇ ਅਰਥ ਹਨ ਭਾਉ ਯਾਨੀ ਵਾਹਿਗੁਰੂ ਜੀ ਦਾ ਪਿਆਰ। ਗੱਗਾ ਦਾ ਅਰਥ ਹੈ ਵਾਹਿਗੁਰੂ ਜੀ ਦੇ ਗੁਣ। ਤੱਤਾ ਦਾ ਅਰਥ ਹੈ ਸਭ ਕੁਝ ਤੇਰਾ ਯਾਨੀ ਵਾਹਿਗੁਰੂ ਜੀ ਦਾ ਸ਼ੁਕਰਾਨਾ। ਜਿਸ ਗੁਰਸਿੱਖ ਦੇ ਮਨ ਵਿੱਚ ਹਰ ਸਮੇਂ ਵਾਹਿਗੁਰੂ ਜੀ ਦਾ ਪਿਆਰ, ਪ੍ਰੈਕਟੀਕਲ ਜੀਵਨ ਵਿੱਚ ਹਰ ਸਮੇਂ ਵਾਹਿਗੁਰੂ ਜੀ ਦੇ ਗੁਣ ਅਤੇ ਹਿਰਦੇ ਵਿੱਚ ਹਰ ਸਮੇਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੋਵੇ, ਉਹ ਗੁਰਮਤ ਅਨੁਸਾਰ ਭਗਤ ਹੈ। ਉਹ ਗੁਰਸਿੱਖ ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ ਹਨ। ਗੁਰਮਤ ਵਿੱਚ ਮਨ ਦੇ ਵਿਚਾਰ ਮਨ ਦੀ ਜੋਤ ਹੈ
ਆਤਮਾ ਦੀ ਆਵਾਜ਼ ਰੱਬ ਦੀ ਜੋਤ ਹੈ। ਉਹਨਾਂ ਗੁਰਸਿੱਖਾਂ ਦੇ ਮਨ ਦੇ ਵਿਚਾਰ ਅਤੇ ਆਤਮਾ ਦੀ ਆਵਾਜ਼ ਕੌਨਸ਼ੀਅਸ ਇੱਕੋ ਹੀ ਹੁੰਦੇ ਹਨ, ਕਿਉਂਕਿ ਉਹ ਗੁਰਬਾਣੀ ਸਿੱਖਿਆਵਾਂ ਅਨੁਸਾਰ ਜੀਵਨ ਜਿਉਂਦੇ ਹਨ। ਉਹਨਾਂ ਕੋਲ ਗੁਰਮਤਿ ਜੀਵਨ ਦਾ ਪ੍ਰੈਕਟੀਕਲ ਤਜਰਬਾ ਹੁੰਦਾ ਹੈ। ਉਹਨਾਂ ਦਾ ਸੁਭਾਅ ਗੁਰਮੁਖ ਹੁੰਦਾ ਹੈ। ਇਸ ਨੂੰ ਕਿਹਾ ਹੈ ਕਿ ਜੋ ਹਰ ਭਾਵੈ ਭਗਤ ਤੇ ਨਾ ਹਰ ਭਾਵ ਹੈਗੇ, ਜੋਤੀ ਜੋਤ ਮਿਲਾਏ ਜੋਤ ਰਲ ਜਾਵ ਹੈਗੇ। ਇਸ ਸ਼ਬਦ ਦੇ ਅਖੀਰਲੇ ਚੌਥੇ ਪਦੇ ਵਿੱਚ ਗੁਰੂ ਰਾਮਦਾਸ ਜੀ ਨੇ ਆਪਣੇ ਆਪ ਨੂੰ ਦਾਸ ਨਾਨਕ ਕਹਿ ਕੇ ਸਾਨੂੰ ਸਿਖਾਉਂਦੇ ਹਨ ਕਿ ਜੇ ਕੋਈ ਗੁਰਸਿੱਖ ਆਪਣੇ ਆਪ ਨੂੰ ਨਿਮਾਣਾ ਸੇਵਕ ਮੰਨ ਕੇ ਵਾਹਿਗੁਰੂ ਜੀ ਦੇ ਨਿਯਮ ਅਤੇ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਫੁੱਲੀ ਸਰੈਂਡਰ ਹੋ ਜਾਵੇ ਤਾਂ ਵਾਹਿਗੁਰੂ ਜੀ ਐਸੇ ਗੁਰਸਿੱਖਾਂ ਦੇ ਜੀਵਨ 'ਤੇ ਬਹੁਤ ਖੁਸ਼ ਹੁੰਦੇ ਹਨ, ਉਹਨਾਂ ਨੂੰ ਬਖਸ਼ਿਸ਼ ਦੇ ਦਿੰਦੇ ਹਨ ਅਤੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਪਿਆਰ ਬਣਿਆ ਰਹਿੰਦਾ ਹੈ। ਵਾਹਿਗੁਰੂ ਜੀ ਉਹਨਾਂ ਨੂੰ ਸੱਚੀ ਵਡਿਆਈ ਬਖਸ਼ ਦਿੰਦੇ ਹਨ। ਪੰਕਤੀਆਂ ਹਨ, ਹਰ ਆਪੇ ਹੋਏ ਕਿਰਪਾਲ ਆਪ ਲਿਵ ਲਾਭ ਹੈਗੇ, ਜਨ ਨਾਨਕ ਸਰਨ ਦੁਆਰ ਹਰ ਲਾਜ ਰਖਾਵ ਹੈਗੇ। ਗੁਰਬਾਣੀ ਇੱਕ ਗਿਆਨ ਦਾ ਬੇਅੰਤ ਖਜ਼ਾਨਾ ਹੈ। ਇਸ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝ ਕੀਤੀ ਹੈ। ਅਰਦਾਸ ਕਰਨੀ ਕਿ ਸ਼ਬਦ ਦੇ ਅਰਥਾਂ ਮੁਤਾਬਿਕ ਸਾਨੂੰ ਸਾਰਿਆਂ ਨੂੰ ਆਪਣਾ ਜੀਵਨ ਗੁਰਸਿੱਖੀ ਵਾਲਾ ਬਣਾਉਣਾ ਆ ਜਾਵੇ। ਸਾਡਾ ਸਾਰਿਆਂ ਦਾ ਸੁਭਾਅ ਗੁਰਮੁਖ ਸੁਭਾਅ ਬਣ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਜੀ। ਮੇਰੇ ਵੱਲੋਂ ਅਤੇ ਸਾਡੀ ਸਮੁੱਚੀ ਗੁਰੂ ਗਿਆਨ ਪ੍ਰਚਾਰਕ ਟੀਮ ਵੱਲੋਂ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਫਤਿਹ ਦੀ ਸਾਂਝ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੀ ਆਪਾਂ ਗੁਰੂ ਗਿਆਨ ਪ੍ਰਚਾਰ ਟੀਮ ਮੈਂਬਰ ਤੋਂ ਰੈਂਸੀ ਸਿੰਘ ਤੋਂ ਸ਼ਬਦ ਦੀ ਵਿਆਖਿਆ ਸਾਂਝੀ ਕੀਤੀ ਹੈ। ਹੁਣ 20 ਮਿੰਟ ਦੀ ਬ੍ਰੇਕ ਹੋਏਗੀ। ਬ੍ਰੇਕ ਦੇ ਵਿੱਚ ਭਾਈ ਸਾਹਿਬ ਕੀਰਤਨ ਕਰਨਗੇ, ਪਰ ਬ੍ਰੇਕ ਦੇ ਬਾਅਦ ਚੋਂ ਜਿਨ੍ਹਾਂ ਬੱਚਿਆਂ ਦੇ ਇਸ ਮਹੀਨੇ ਵਿੱਚ ਜਨਮ ਦਿਨ ਸਨ ਉਹਨਾਂ ਨੂੰ ਗਿਫਟ ਦਿੱਤਾ ਜਾਏਗਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਰਤਨ ਦੀ ਹਾਜ਼ਰੀ ਲਾਉਣ ਲਈ। ਹੁਣ ਇੱਕ ਛੋਟੀ ਜਿਹੀ ਮੂਵੀ ਦਿਖਾਵਾਂਗੇ ਜਿਸ ਦਾ ਨਾਂ ਕੁੰਡੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Vaiguru Ji Ki Fateh. Honest living. After explaining some merits of truthful living at Lahore, Guru Nanak came to Talwandi to see his parents. Taking permission from them, he took Bhai Mardana with him and embarked on a long journey to the Hindu sacred places of pilgrimage. From Talwandi, they reached Bhai Lalo's workshop at Sadpur, which is now known as Amianabad in Pakistan. Bhai Lalo was a carpenter of Gatwara caste who earned his living by honest labor. When Bhai Lalo saw two saints coming towards him, he put aside the work in hand and laid a bed for them. It was time for lunch, so he went to prepare the meal. After preparing the meal, Bhai Lalo requested Guru Nanak to come to the kitchen and eat his meal there. Guru Nanak said, Bhai Lalo, every place is clean and pure for us. Please bring the meal here. Bhai Lalo obeyed the command of Guru Nanak and brought the meals to them. At the bidding of Guru Nanak, Bhai Mardana divided the meal into 3 parts and all ate it sitting together. After eating the meal, Bhai Mardana asked Guru Nanak, this meal tasted like nectar. What had been put in it? Guru Nanak replied, Bhai Mardana, this was the taste of truthful earning which you tasted. This taste is above the taste of worldly delicacies. On the 3rd day, when Guru Nanak started to leave, Bhai Lalo requested Guru Nanak to stay on for a month. One day, Malik Bago, a high government official of the city, gave a general feast. He invited Guru Nanak to the feast. Guru Nanak declined the invitation, saying, "We are fakirs. We have to do with your feast." On receiving the second request from Malik Bago, Guru Nanak took Bhai Lalo with him and went to Malik Bago's residence. Malik Bago said to Guru Nanak in great anger, "You are dishonoring Khatris by eating dry chapatis in the house of a low-caste carpenter. I invited you to this feast which offers delicious food. Why are you refusing to eat this?" In order to make Malik Bago understand, Guru Nanak took Bhai Lalo's dry chapati in his right hand
and Malik Bhago's fried sweet cake in his left hand. When he pressed the right hand, fist pointing it towards the poor, people saw that drops of blood of honest labor were dripping from it. When Guru Nanak pressed the fried sweet cake held in his left hand and pointed it towards the rich, the onlookers saw blood trickling from it. Guru Nanak said, "Look, Malik Bhago, wealth accumulated by cruelty towards the poor is like sucking their blood. Money collected retained the blood of the poor. You have invited me to partake of blood, leaving food pure as milk. How could I accept it?" Hearing this, Malik Bhago fell silent. Waheguru Ji Ka Khalsa, Waheguru Ji Ki Fateh.